ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਕਬੀਰ ਜੀ। ਜੋਤ ਕੀ ਜਾਤ ਜਾਤ ਕੀ ਜੋਤੀ, ਤਿਤ ਲਾਗੇ ਕੰਚਵਾ ਫਲ ਮੋਤੀ। ਕਵਨ ਸੋ ਕਰ ਜੋ ਨਿਰਭਉ ਕਹੀਐ, ਭਉ ਭਜ ਜਾਏ ਆਪੈ ਹੋਏ ਰਹੀਐ। ਰਹਾਉ ਤਟ ਤੀਰਥ ਨਹੀਂ ਮਨ ਪਤਿਆਏ, ਚਾਰ ਆਚਾਰ ਰਹੇ ਉਰਝਾਏ। ਪਾਪ ਪੁਨ ਦੋਇ ਏਕ ਸਮਾਨ, ਨਿਜ ਕਰ ਪਾਰਸ ਤਜੋ ਗੁਣ ਆਨ। ਕਬੀਰ ਨਿਰਗੁਣ ਨਾਮ ਨਾ ਰੋਸ, ਇਸ ਪਰਚਾਏ ਪਰਚ ਰਹੋ ਏਸ। ਕਬੀਰ ਨਿਰਗੁਣ ਨਾਮ ਨਾ ਰੋਸ, ਇਸ ਪਰਚਾਏ ਪਰਚ ਰਹੋ ਏਸ। ਜੋਤ ਕੀ ਜਾਤ ਜਾਤ ਕੀ ਜੋਤੀ, ਤਿਤ ਲਾਗੈ ਕੰਚਵਾ ਫਲ ਮੋਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ। ਆਪ ਸੰਗਤਾਂ ਸਾਹਿਬ ਸਤਿਗੁਰੂ ਚਵਰ ਤਖਤ ਛਤਰ ਦੇ ਮਾਲਕ, ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਦਸੋ ਪਾਤਸ਼ਾਹੀਆਂ ਦੀ ਪਵਿੱਤਰ ਜੋਤ, ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਾਵਨ ਹਾਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਦੀ ਕਥਾ ਵੀ ਸਰਵਣ ਕਰ ਰਹੇ ਹੋ। ਕਥਾ ਚੱਲ ਰਹੀ ਹੈ। ਭਗਤ ਬਾਣੀ ਦੇ ਵਿੱਚ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੇ ਪਾਵਨ ਪਵਿੱਤਰ ਸ਼ਬਦਾਂ ਦੀ ਕਥਾ ਆਰੰਭ ਹੈ। ਭਗਤ ਕਬੀਰ ਜੀ ਜਿੱਥੇ ਉੱਚ ਕੋਟੀ ਦੇ ਇੱਕ ਮਹਾਂਪੁਰਖ ਸਨ, ਉਥੇ ਉਹਨਾਂ ਦੇ ਕੋਲੇ ਇੱਕ ਵਿਸ਼ਾਲ ਗਿਆਨ ਦਾ ਭੰਡਾਰ ਵੀ ਸੀ। ਬੜੇ ਬੜੇ ਵਿਦਵਾਨ, ਬੜੇ ਬੜੇ ਪੰਡਤ ਅਤੇ ਅਨੇਕਾਂ ਭੇਖਾਂ ਦੇ ਸਾਧੂ ਉਹਨਾਂ ਦੇ ਪਾਸ ਤਰ੍ਹਾਂ ਤਰ੍ਹਾਂ ਦੇ ਆ ਕੇ ਸਵਾਲ ਕਰਦੇ। ਭਗਤ ਕਬੀਰ ਜੀ ਉਹਨਾਂ ਨੂੰ ਜਵਾਬ ਦਿੰਦੇ, ਉਹਨਾਂ ਦੀ ਪੂਰਨ ਤਸੱਲੀ ਕਰਵਾ ਦਿੰਦੇ। ਇਹ ਸ਼ਬਦ ਜੋ ਆਪ ਸੰਗਤਾਂ ਨੇ ਸੁਣਿਆ ਹੈ, ਜਗਿਆਸੂਆਂ ਨੇ ਭਗਤ ਜੀ ਦੇ ਪਾਸ ਆ ਕੇ ਪ੍ਰਸ਼ਨ ਕੀਤਾ, ਕਵਣ ਸੋ ਕਾਰ ਜੋ ਨਿਰਭਉ ਕਹੀਐ, ਭਉ ਭਜ ਜਾਏ ਆਪੈ ਹੋਈ ਰਹੀਐ। ਰਹਾਉ ਭਗਤ ਜੀ ਸਾਨੂੰ ਉਹ ਕਰ ਦੱਸੋ ਕਿਹੜਾ ਹੈ ਜਿੱਥੇ ਮੌਤ ਦਾ ਡਰ ਨਾ ਹੋਵੇ, ਜਿੱਥੇ ਨਿਡਰ ਹੋ ਕੇ ਅਸੀਂ ਰਹਿ ਸਕਦੇ ਹਾਂ। ਤਾਂ ਭਗਤ ਕਬੀਰ ਜੀ ਨੇ ਇਹਦਾ ਜੋ ਜਵਾਬ ਦਿੱਤਾ ਹੈ, ਉਹ ਆਪ ਸੰਗਤਾਂ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਰਵਣ ਕਰੋ। ਕਵਣ ਸੋ ਕਰ ਜੋ ਨਿਰਭਉ ਕਹੀਐ, ਇਹ ਪ੍ਰਸ਼ਨ ਰੂਪ ਵਾਕ ਹੈ। ਉਹ ਕਿਹੜਾ ਘਰ ਹੈ ਜਿੱਥੇ ਨਿਡਰ ਹੋ ਕੇ ਮੌਤ ਦੇ ਭੈ ਤੋਂ ਰਹਿਤ ਹੋ ਕੇ ਅਸੀਂ ਰਹਿ ਸਕਦੇ ਹਾਂ। ਭਉ ਭਜ ਜਾਏ
ਸਾਡੇ ਮਨ ਦੇ ਵਿੱਚੋਂ ਹਰ ਕਿਸਮ ਦਾ ਡਰ ਪਾਉ ਭੱਜ ਜਾਵੇ, ਅਭੈ ਹੋਏ ਰਹੀਏ ਤੇ ਸਭ ਤਰ੍ਹਾਂ ਦੇ ਭੈ ਤੋਂ ਰਹਿਤ ਬੇਖੌਫ ਹੋ ਕੇ ਨਿਡਰ ਹੋ ਕੇ ਅਸੀਂ ਰਹਿ ਸਕੀਏ। ਉਹ ਐਸਾ ਘਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸੱਚਖੰਡ ਹੈ, ਜਿੱਥੇ ਜਾ ਕੇ ਕਾਲ ਦਾ ਭੈ, ਜਮਾਂ ਦਾ ਭੈ, ਮੌਤ ਦਾ ਡਰ ਵੀ ਨਹੀਂ ਰਹਿੰਦਾ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਬਹੁਤ ਸੁੰਦਰ ਉਪਦੇਸ਼ ਦਿੱਤਾ ਹੈ। ਜਾ ਕਰ ਰੂਪ ਰੰਗ ਨਹਿ ਜਨੀਅਤ, ਸੋ ਕਿਮ ਸਿਆਮ ਕਹਿ ਹੈ। ਛੁਟਹੁ ਕਾਲ ਜਾਲ ਤੇ ਤਬ ਹੀ, ਤਾਹੇ ਚਰਨ ਲਪਟਾ ਹੈ। ਤੁਸੀਂ ਉਸ ਅਕਾਲ ਦੀ ਸ਼ਰਨ ਵਿੱਚ ਚਲੇ ਜਾਓ। ਬਿਨਾਂ ਸ਼ਰਨ ਤਾਕੀ ਨਹੀਂ ਔਰ ਓਟੰ, ਬਚੇਗਾ ਨਾ ਕੋਈ ਕਰੇ ਕਾਲ ਚੋਟੰ। ਹੋਰ ਕੋਈ ਥਾਂ ਨਹੀਂ, ਕੋਈ ਟਿਕਾਣਾ ਨਹੀਂ ਜਿੱਥੇ ਅਸੀਂ ਜਾ ਕੇ ਕਾਲ ਤੋਂ ਬਚ ਸਕਦੇ ਹਾਂ। ਹਜ਼ੂਰ ਦਾ ਇੱਕ ਬਹੁਤ ਸੁੰਦਰ ਕਵਿਤ ਵੀ ਹੈ। ਜੇ ਕਹੂੰ ਕਾਲ ਤੇ ਭਾਜ ਕੇ ਬਾਚੀਅਤ, ਤਉ ਕਿਹ ਕੁੰਟ ਕਹੋ ਭਜ ਜਈਐ। ਆਗੇ ਹੂੰ ਕਾਲ ਤਰੇ ਅਸ ਗਾਜਤ, ਸਾਜਤੈ ਜੇ ਤੇ ਨਸ ਅਈਐ। ਐਸੋ ਨਾ ਕਹਿ ਗਇਓ ਕੋ ਸੋ ਧਾਵਰੇ, ਜਾਹੇ ਉਹ ਪਾਉ ਸੋ ਕਾਹੂ ਬਚਈਐ। ਜਾਂ ਤੇ ਨਾ ਛੁਟੀਐ ਮੋੜ ਕਿਹੂੰ, ਹਸ ਤਾਕੀ ਨਾ ਕਿਉਂ ਸਰਨਾਗਤ ਪਈਐ। ਇੱਕ ਅਕਾਲ ਹੀ ਕਾਲ ਤੋਂ ਰਹਿਤ ਹੈ। ਜੇ ਅਸੀਂ ਉਹਦੀ ਸ਼ਰਨ ਵਿੱਚ ਚਲੇ ਜਾਈਏ ਤਾਂ ਹੀ ਕਾਲ ਦੇ ਭੈ ਤੋਂ ਮੁਕਤ ਹੋਇਆ ਜਾ ਸਕਦਾ ਹੈ। ਲੋ ਹੁਣ ਆਰੰਭ ਤੋਂ ਭਗਤ ਕਬੀਰ ਜੀ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋਤ ਕੀ ਜਾਤ ਜਾਤ ਕੀ ਜੋਤੀ, ਤਿਤ ਲਾਗੇ ਕੰਚੁਆ ਫਲ ਮੋਤੀ। ਪਹਿਲਾਂ ਵੀ ਹੈਡਿੰਗ ਪੜ੍ਹੀ ਦਾ ਗੌੜੀ ਕਬੀਰ ਜੀ। ਜੋਤ ਕੀ ਜਾਤ ਜਾਤ ਕੀ ਜੋਤੀ, ਤਿਤ ਲਾਗੇ ਕੰਚੂਆ ਫਲ ਮੋਤੀ। ਗੌੜੀ ਰਾਗ ਵਿੱਚ ਭਗਤ ਕਬੀਰ ਜੀ ਇਹ 9ਵਾਂ ਸ਼ਬਦ ਉਚਾਰਨ ਕਰ ਰਹੇ ਹਨ। ਜੋਤ ਕੀ ਜਾਤ, ਜੋਤ ਦਾ ਅਰਥ ਹੈ ਜੋਤੀ ਸਰੂਪ ਅਕਾਲ ਪੁਰਖ, ਜਿਸ ਦੀ ਬਾਬਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਫਰਮਾਇਆ ਹੈ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਜ਼ਮੀਨ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਹਿ ਘਾਟ ਹੈ ਨਹਿ ਬਾਟ ਹੈ, ਨਹਿ ਘਾਟ ਬਾਟ ਹੋਤ ਹੈ। ਇਸ ਲਈ ਜੋਤ ਦਾ ਅਰਥ ਹੈ ਅਕਾਲ ਪੁਰਖ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜੋਤ ਕੀ ਜਾਤ, ਉਸ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਹੀ ਜਾਤ ਦਾ ਅਰਥ ਹੈ ਸ੍ਰਿਸ਼ਟੀ। ਆ ਜੋ ਰਚਨਾ ਹੈ, ਸ੍ਰਿਸ਼ਟੀ ਹੈ, ਸੰਸਾਰ ਹੈ, ਕੁੱਲ ਕਾਇਨਾਤ ਹੈ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਹੈ। ਸਾਰੀ ਰਚਨਾ ਉਸ ਨਿਰੰਕਾਰ ਦੀ ਹੈ। ਜਾਤ ਕੀ ਜੋਤੀ, ਇਹ ਜਿਹੜੀ ਜਾਤ ਸ੍ਰਿਸ਼ਟੀ ਹੈ, ਇਹਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਐਸੀ ਜੋਤੀ ਦਾ ਅਰਥ ਜੋਤ, ਪਰਤਕ ਜੋਤ ਟਿਕਾਈ ਹੋਈ ਹੈ, ਜਿਸ ਨੂੰ ਆਪਾਂ ਆਤਮਾ ਕਹਿ ਸਕਦੇ ਹਾਂ ਜਾਂ ਉਸ ਨੂੰ ਬੁੱਧੀ ਵੀ ਆਖਿਆ ਜਾ ਸਕਦਾ ਹੈ। ਜੋਤ ਕੀ ਜਾਤ ਜਾਤ ਕੀ ਜੋਤੀ, ਉਸ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਕੁੱਲ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ। ਜਾਤ ਕੀ ਜੋਤੀ, ਇਸ ਜਾਤ ਸ੍ਰਿਸ਼ਟੀ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਜੋਤ ਟਿਕਾਈ ਹੋਈ ਹੈ। ਹਰ ਮਨੁੱਖ ਦੇ ਅੰਦਰ ਉਸ ਵਾਹਿਗੁਰੂ ਦੀ ਜੋਤ ਹੈ। ਸਭ ਮੈਂ ਜੋਤ ਜੋਤ ਹੈ ਸੋਏ। ਤੇ ਜੋਤੀ ਦਾ ਅਰਥ ਬੁੱਧੀ ਵੀ ਹੈ। ਉਸ ਵਾਹਿਗੁਰੂ ਪਰਮੇਸ਼ਰ ਨੇ ਇਸ ਸ੍ਰਿਸ਼ਟੀ ਵਿੱਚ ਬੁੱਧੀ ਵੀ ਇੱਕ ਜੋਤ ਗਿਆਨ ਦਾ ਭੰਡਾਰ ਪੈਦਾ ਕੀਤੀ ਹੈ,
ਤਿਤ ਲਾਗੇ ਕੰਚੂਆ ਫਲ ਮੋਤੀ। ਉਸ ਬੁੱਧੀ ਰੂਪੀ ਜੋਤ ਨੂੰ ਦੋ ਕਿਸਮ ਦੇ ਫਲ ਲੱਗੇ ਹੋਏ ਨੇ। ਇੱਕ ਤਾਂ ਸੁੱਚੇ ਮੋਤੀਆਂ ਦੇ ਫਲ ਲੱਗੇ ਹੋਏ ਹਨ, ਦੂਸਰੇ ਕੰਚੂਆ ਫਲ, ਕੱਚ ਦੇ, ਬਲੌਰ ਦੇ, ਮਣਕਿਆਂ ਦੇ ਫਲ ਵੀ ਲੱਗੇ ਹੋਏ ਨੇ। ਇਹਦਾ ਮਤਲਬ ਕੀ ਹੋਇਆ? ਉਸ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਸ੍ਰਿਸ਼ਟੀ ਦੇ ਅੰਦਰ ਵਾਹਿਗੁਰੂ ਨੇ ਇੱਕ ਬੁੱਧੀ ਦੀ ਜੋਤ ਪੈਦਾ ਕੀਤੀ ਹੈ। ਉਸ ਬੁੱਧੀ ਰੂਪੀ ਜੋਤ ਦੇ ਨਾਲ ਸੁੱਚੇ ਮੋਤੀਆਂ ਵਾਂਗੂ ਜਿਹੜੇ ਪੁੰਨ ਕਰਮ ਹਨ ਉਹ ਸੁੱਚੇ ਮੋਤੀਆਂ ਵਾਂਗੂ ਲੱਗੇ ਹੋਏ ਨੇ, ਤੇ ਜਿਹੜੇ ਖੋਟੇ ਕਰਮ ਨੇ ਉਹ ਮਾਨੋ ਕੰਚ ਦੇ ਫਲ ਲੱਗੇ ਹੋਏ ਨੇ। ਅਥਵਾ ਜੋ ਸੁਖ ਹੈ ਇਹ ਮੋਤੀਆਂ ਦੇ ਫਲ ਨੇ, ਤੇ ਜਿਹੜਾ ਦੁੱਖ ਹੈ ਇਹ ਮਾਨੋ ਕੰਚ ਦੇ ਫਲ ਲੱਗੇ ਹੋਏ ਨੇ। ਆ ਜਿਵੇਂ ਕ੍ਰਿਸਮਸ ਦੇ ਦਿਨਾਂ ਦੇ ਵਿੱਚ ਜੋ ਕ੍ਰਿਸਮਸ ਟਰੀ ਹੁੰਦਾ ਹੈ ਉਹਨੂੰ ਲਾਈਟਾਂ ਨਾਲ ਸਜਾਉਂਦੇ ਨੇ, ਇਸੇ ਤਰ੍ਹਾਂ ਇਸ ਬੁੱਧੀ ਰੂਪੀ ਜੋ ਬਿਰਸ਼ ਹੈ ਇਹ ਇੱਕ ਐਸਾ ਜੋਤੀ ਰੂਪ ਪ੍ਰਕਾਸ਼ ਰੂਪ ਬਿਰਸ਼ ਹੈ ਜਿਹਨੂੰ ਦੋ ਕਿਸਮ ਦੇ ਫਲ ਲੱਗੇ ਹੋਏ ਨੇ। ਮੋਤੀਆਂ ਦੇ ਫਲ ਪੁੰਨ ਰੂਪ ਕਰਮ ਤੇ ਕੱਚ ਦੇ ਫਲ ਜਿਹੜੇ ਪਾਪ ਰੂਪ ਕਰਮ ਅਥਵਾ ਦੁੱਖ ਤੇ ਸੁਖ ਰੂਪੇ ਮੋਤੀ ਲੱਗੇ ਹੋਏ ਹਨ। ਕਵਨ ਸੋ ਕਰ ਜੋ ਨਿਰਭਉ ਕਹੀਐ, ਪਉ ਪਜ ਜਾਏ ਆਪੈ ਹੋਏ ਰਹੀਐ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਭਗਤ ਜੀ ਫਰਮਾਉਂਦੇ ਨੇ, ਇਹ ਜਿਗਿਆਸੂ ਵੱਲੋਂ ਪ੍ਰਸ਼ਨ ਹੈ, ਕੌਣ ਸੋ ਕਰ? ਉਹ ਕਿਹੜਾ ਕਰ ਹੈ? ਉਹ ਪ੍ਰਮਾਤਮਾ ਦੇ ਚਰਨ, ਉਹਦਾ ਆਪਣਾ ਹੀ ਸੱਚਖੰਡ ਅਸਥਾਨ ਹੈ ਜੋ ਨਿਰਭਉ ਕਹੀਐ, ਜਿਸਨੂੰ ਨਿਰਭਉ ਆਖਿਆ ਜਾ ਸਕਦਾ ਹੈ। ਪਉ ਪਜ ਜਾਏ ਅਪੈ ਹੋਏ ਰਹੀ ਹੈ। ਜਦੋਂ ਕੋਈ ਵੀ ਮਨੁੱਖ ਉਸ ਵਾਹਿਗੁਰੂ ਦੇ ਦਰ ਤੇ ਪਹੁੰਚ ਜਾਂਦਾ ਹੈ, ਪਉ ਪਜ ਜਾਏ, ਉਹਦਾ ਸਭ ਤਰ੍ਹਾਂ ਦਾ ਭੈ ਡਰ ਦੂਰ ਹੋ ਜਾਂਦਾ ਹੈ। ਅਪੈ ਹੋਏ ਰਹੀ ਹੈ, ਤੇ ਫਿਰ ਉਹ ਭੈ ਤੋਂ ਰਹਿਤ ਬੇਖੌਫ ਹੋ ਕੇ ਨਿਡਰ ਹੋ ਕੇ ਰਹਿੰਦਾ ਹੈ। ਤਟ ਤੀਰਥ ਨਹੀਂ ਮਨ ਪਤਿਆਏ, ਚਾਰ ਆਚਾਰ ਰਹੇ ਉਰਝਾਏ। ਰਹਾਉ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ, ਬਹੁਤ ਸਾਰੇ ਲੋਕ ਤੀਰਥਾਂ ਦੇ ਕਿਨਾਰਿਆਂ ਤੇ ਜਾ ਕੇ ਮੁਕਤੀ ਦੀ ਇੱਛਾ ਕਰਦੇ ਹਨ, ਪਰ ਹਜ਼ੂਰ ਕਹਿੰਦੇ ਨੇ ਤਟ ਤੀਰਥ ਨਹੀਂ ਮਨ ਪਤਿਆਏ। ਅਸੀਂ ਤੀਰਥਾਂ ਦੇ ਕਿਨਾਰਿਆਂ ਤੇ ਜਾ ਕੇ ਵੀ ਰਹਿ ਕੇ ਵੀ ਦੇਖ ਲਿਆ ਹੈ, ਕਿਉਂਕਿ ਕਬੀਰ ਜੀ ਦਾ ਜਨਮ ਹੀ ਬਨਾਰਸ ਦੇ ਵਿੱਚ ਹੋਇਆ, ਕਾਂਸ਼ੀ ਦੇ ਵਿੱਚ ਹੋਇਆ। ਕਾਂਸ਼ੀ ਇੱਕ ਹਿੰਦੂ ਧਰਮ ਦਾ ਬਹੁਤ ਵੱਡਾ ਤੀਰਥ ਅਸਥਾਨ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਪ੍ਰਾਗਰਾਜ ਹੈ, ਹਰਿਦੁਆਰ ਹੈ, ਰਿਸ਼ੀਕੇਸ਼ ਹੈ, ਕੁਰਸ਼ੇਤਰ ਹੈ, ਬੇਅੰਤ ਤੀਰਥ ਨੇ। ਪਰ ਭਗਤ ਜੀ ਕਹਿੰਦੇ ਨੇ ਇਹਨਾਂ ਤੀਰਥਾਂ ਦੇ ਕਿਨਾਰਿਆਂ ਤੇ ਜਾ ਕੇ ਵੀ ਸਾਡਾ ਮਨ ਪਤੀਜਿਆ ਨਹੀਂ ਹੈ, ਭਾਵ ਉੱਥੇ ਜਾ ਕੇ ਵੀ ਸਾਡੇ ਮਨ ਨੂੰ ਸਕੂਨ ਨਹੀਂ ਮਿਲਿਆ। ਕਿਉਂ? ਚਾਰ ਅਚਾਰ ਰਹੇ ਉਰਝਾਏ। ਜਦੋਂ ਅਸੀਂ ਉਹਨਾਂ ਤੀਰਥਾਂ ਤੇ ਜਾ ਕੇ ਵੇਖਿਆ, ਜਿੰਨੇ ਵੀ ਤੀਰਥਾਂ ਤੇ ਰਹਿਣ ਵਾਲੇ ਲੋਕ ਨੇ ਉਹ ਚਾਰ ਆਚਾਰ, ਇੱਕ ਚੰਗੇ ਕਰਮ ਨੇ, ਇੱਕ ਮਾੜੇ ਕਰਮ ਨੇ, ਇੱਕ ਸਦਾਚਾਰ ਹੈ, ਦੂਸਰਾ ਭ੍ਰਿਸ਼ਟਾਚਾਰ ਹੈ। ਇਉਂ ਚਾਰ ਆਚਾਰ ਦਾ ਅਰਥ ਹੈ ਉੱਥੇ ਵੀ ਚੰਗੇ ਮਾੜੇ ਕਰਮਾਂ ਦੇ ਵਿੱਚ ਹੀ ਲੋਕ ਉਲਝੇ ਹੋਏ ਨੇ। ਤੀਰਥਾਂ ਤੇ ਜਾ ਕੇ ਅਸਾਂ ਵੇਖ ਲਿਆ ਹੈ, ਉੱਥੇ ਵੀ ਲੋਕ ਕਈ ਪੁੰਨ ਕਰੀ ਜਾਂਦੇ ਨੇ, ਕੋਈ ਪਾਪ ਵੀ ਕਰੀ ਜਾਂਦੇ ਹਨ। ਉਹ ਕਿਵੇਂ? ਜਿਵੇਂ ਲੋਕੀ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ ਤੇ ਪੁੰਨਦਾਨ ਵੀ ਕਰਦੇ ਹਨ। ਦੂਸਰੇ ਪਾਸੇ ਕੁਝ ਉਹ ਵੀ ਲੋਕ ਨੇ ਜਿਹੜੇ ਉਸ ਸਮੇਂ ਜਾ ਕੇ ਚੋਰੀਆਂ ਵੀ ਕਰਦੇ ਨੇ, ਲੋਕਾਂ ਦੀਆਂ ਜੇਬਾਂ ਸਾਫ਼ ਕਰੀ ਜਾਂਦੇ ਨੇ। ਉਹ ਮਾੜੇ ਕੰਮ ਵੀ ਨਾਲ ਹੀ ਹੋ ਰਹੇ ਨੇ ਨਾ। ਇਸੇ ਲਈ ਧੰਨ ਗੁਰੂ ਨਾਨਕ ਤੇ ਮਹਾਰਾਜ ਨੇ ਵੀ ਇਹ ਬਚਨ ਕਹਿ ਦਿੱਤੇ, ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਟੱਬ, ਥਾ ਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਵ ਜਗ। ਜਿਹੜੇ ਇਸ਼ਟਾਂ ਦੇ ਅਸਥਾਨ ਭਾਵ ਵੱਡੇ ਵੱਡੇ ਤੀਰਥ ਸਨ, ਉਹ ਵੀ ਅੱਜ ਕੱਲ੍ਹ ਭ੍ਰਿਸ਼ਟ ਹੋ ਗਏ ਨੇ। ਉੱਥੇ ਵੀ ਇੰਨਾ ਪਾਪ ਵੱਧ ਗਿਆ ਹੈ, ਲੋਕ ਜਿੰਨੀਆਂ ਉੱਥੇ ਜਾ ਕੇ ਚੋਰੀਆਂ ਕਰਦੇ ਨੇ,
ਯਾਰੀਆਂ ਕਰਦੇ ਨੇ, ਉਹਨਾਂ ਨੇ ਉਹਨਾਂ ਅਸਥਾਨਾਂ ਨੂੰ ਵੀ ਭ੍ਰਿਸ਼ਟ ਕਰ ਦਿੱਤਾ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਉਹਨਾਂ ਤੀਰਥਾਂ ਤੇ ਜਾ ਕੇ ਸਾਡਾ ਮਨ ਨਹੀਂ ਭਤੀਜਿਆ, ਕਿਉਂਕਿ ਉੱਥੇ ਵੀ ਲੋਕ ਕੋਈ ਪੁੰਨ ਕਰੀ ਜਾ ਰਿਹਾ, ਕੋਈ ਪਾਪ ਕਰੀ ਜਾ ਰਿਹਾ ਹੈ। ਉੱਥੇ ਵੀ ਚੰਗੇ ਮਾੜੇ ਕਰਮਾਂ ਦੇ ਵਿੱਚ ਹੀ ਲੋਕ ਫਸੇ ਹੋਏ ਹਨ। ਪਾਪ ਪੁੰਨ ਦੋਏ ਇੱਕ ਸਮਾਨ, ਨਿਜ ਕਰ ਪਾਰਸ ਤਜੋ ਗੁਣ ਆਨ। ਭਗਤ ਕਬੀਰ ਜੀ ਕਹਿੰਦੇ ਨੇ ਸਾਡੀ ਦ੍ਰਿਸ਼ਟੀ ਵਿੱਚ ਚਾਹੇ ਕੋਈ ਉਹ ਪਾਪ ਕਰ ਰਹੇ ਨੇ ਚਾਹੇ ਪੁੰਨ ਕਰ ਰਹੇ ਨੇ, ਸਾਨੂੰ ਤੇ ਇੱਕ ਬਰਾਬਰ ਹੀ ਉਹ ਦਿਸਦੇ ਨੇ। ਉਹ ਕਿਉਂ? ਕਿਉਂਕਿ ਦੋਹਾਂ ਦੇ ਮਨ ਦੇ ਵਿੱਚ ਕਾਮਨਾ ਹੈ, ਦੋਹਾਂ ਦੇ ਮਨ ਦੇ ਵਿੱਚ ਹੰਕਾਰ ਹੈ। ਜਿਹੜੇ ਪਾਪ ਕਰਦੇ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਹੰਕਾਰ ਹੈ, ਪੁੰਨ ਕਰਨ ਵਾਲਿਆਂ ਦੇ ਮਨ ਦੇ ਵਿੱਚ ਵੀ ਹੰਕਾਰ ਹੈ। ਜੇ ਮਨੁੱਖ ਮਾੜੇ ਕੰਮ ਦਾ ਹੰਕਾਰ ਕਰੇ ਉਹ ਤੇ ਮਾੜਾ ਹੈ ਹੀ, ਜੇ ਕੋਈ ਚੰਗੇ ਕੰਮ ਦਾ ਵੀ ਹੰਕਾਰ ਕਰ ਲਵੇ ਉਹ ਵੀ ਮਾੜਾ ਹੀ ਮਾੜਾ ਹੈ। ਮਹਾਂਪੁਰਖ ਦੱਸਦੇ ਸਨ ਜਿਹੜਾ ਬੁਰੇ ਕੰਮ ਦਾ ਹੰਕਾਰ ਹੈ ਉਹ ਲੋਹੇ ਦਾ ਪਿੰਜਰਾ ਹੈ, ਚੰਗੇ ਕੰਮ ਦਾ ਹੰਕਾਰ ਸੋਨੇ ਦਾ ਪਿੰਜਰਾ ਹੈ। ਪਾਪ ਲੋਹੇ ਦੀ ਬੇੜੀ ਹੈ, ਪੁੰਨ ਸੋਨੇ ਦੀ ਬੇੜੀ ਹੈ। ਪਾਪ ਸਣ ਦਾ ਰਸਾ ਹੈ ਤੇ ਪੁੰਨ ਰੇਸ਼ਮ ਦੀ ਡੋਰ ਹੈ। ਬੰਦੇ ਤਾਂ ਦੋਵੇਂ ਹੀ ਇੱਕ ਬਰਾਬਰ ਨੇ। ਇਸੇ ਲਈ ਭਗਤ ਜੀ ਕਹਿੰਦੇ ਨੇ ਸਾਡੀ ਦ੍ਰਿਸ਼ਟੀ ਵਿੱਚ ਜਿਹੜੇ ਹਉਮੈ ਸਹਿਤ ਪੁੰਨ ਤੇ ਪਾਪ ਹੋ ਰਹੇ ਨੇ ਸਾਨੂੰ ਇੱਕ ਸਮਾਨ ਹੀ ਪ੍ਰਤੀਤ ਹੋ ਰਹੇ ਹਨ। ਨਿਜ ਕਰ ਪਾਰਸ ਤਜੋ ਗੁਣ ਆਨ। ਭਗਤ ਕਬੀਰ ਜੀ ਕਹਿੰਦੇ ਨੇ ਤੁਹਾਡੇ ਆਪਣੇ ਘਰ ਦੇ ਵਿੱਚ ਇੱਕ ਪਾਰਸ ਹੈ। ਉਹ ਪਾਰਸ ਕੀ ਹੈ? ਉਹ ਹੈ ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਿਸਰਾਮ। ਅਥਵਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਜਿਉ ਕਸਤੂਰੀ ਮਿਰਗ ਨਾ ਜਾਣੈ, ਭ੍ਰਮ ਦਾ ਭਰਮ ਭੁਲਾਇਆ। ਤੁਹਾਡੇ ਆਪਣੇ ਘਰ ਦੇ ਵਿੱਚ ਪਾਰਸ ਹੈ, ਵਾਹਿਗੁਰੂ ਦਾ ਨਾਮ ਹੈ। ਤੁਸੀਂ ਉਹਦੀ ਛੋਹ ਪ੍ਰਾਪਤ ਕਰ ਲਵੋ ਤੇ ਤੁਹਾਡਾ ਜੀਵਨ ਸੋਨੇ ਵਰਗਾ ਸ਼ੁੱਧ ਹੋ ਜਾਵੇਗਾ। ਤਜੋ ਗੁਣ ਆਨ, ਤੇ ਜਿਹੜੇ ਹੋਰ ਗੁਣ ਨੇ ਉਹਨਾਂ ਨੂੰ ਛੱਡੋ। ਭਾਵ ਜਿਹੜੇ ਸੰਸਾਰਕ ਗੁਣ ਨੇ ਇਹਨਾਂ ਦਾ ਖਹਿੜਾ ਛੱਡੋ, ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਹੋਰ ਥਾਂ ਤੇ ਵੀ ਲਿਖਿਆ ਹੈ, ਭਗਤੀ ਤੋਖਤ ਦੀਨ ਕਿਰਪਾਲਾ, ਗੁਣੇ ਨਾ ਕਿਤ ਹੀ ਹੈ ਪਿੱਗਾ। ਉਹ ਅਕਾਲ ਪੁਰਖ ਵਾਹਿਗੁਰੂ ਭਗਤੀ ਤੇ ਪ੍ਰਸੰਨ ਹੁੰਦਾ ਹੈ। ਭਗਤੀ ਤੋਂ ਬਿਨਾਂ ਹੋਰ ਚਾਹੇ ਮਨੁੱਖ ਦੇ ਵਿੱਚ ਸੰਸਾਰਕ ਗੁਣ ਚਾਹੇ ਕਿੰਨੇ ਵੀ ਹੋਣ ਉਹ ਕਿਸੇ ਅਰਥ ਨਹੀਂ ਹਨ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਸੋਹਣਾ ਸਪਸ਼ਟੀਕਰਨ ਦਿੱਤਾ ਹੈ। ਅਤ ਸੁੰਦਰ ਕੁਲੀਨ ਚਤਰ, ਮੁਖ ਗਿਆਨੀ ਤਨਵੰਤ। ਮਿਰਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਇੱਕ ਪਾਸੇ ਗੁਣ ਨੇ ਅਤ ਸੁੰਦਰ। ਸੁੰਦਰਤਾ ਵੀ ਇੱਕ ਕੁਦਰਤ ਦਾ ਗੁਣ ਹੈ। ਖੂਬਸੂਰਤੀ ਇੱਕ ਰੱਬ ਦੀ ਦਾਤ ਹੈ। ਅਤ ਸੁੰਦਰ ਕੁਲੀਨ, ਚੰਗੀ ਕੁਲ ਵਿੱਚ ਜਨਮ ਲੈਣਾ, ਚੰਗੇ ਖਾਨਦਾਨ ਦੇ ਵਿੱਚ ਜਨਮ ਲੈਣਾ, ਇਹ ਵੀ ਇੱਕ ਕੁਦਰਤ ਦੀ ਦੇਣ ਹੈ। ਇਹ ਵੀ ਇੱਕ ਵੱਡਾ ਗੁਣ ਹੈ। ਅਤ ਸੁੰਦਰ ਕੁਲੀਨ ਚਤਰ, ਤੇ ਫਿਰ ਵਾਕਾਂ ਦੇ ਵਿੱਚ ਚਤਰ ਹੋਣਾ, ਚੰਗੀ ਪੜ੍ਹਾਈ, ਚੰਗੀ ਪਦਵੀ ਪ੍ਰਾਪਤ ਕਰਨੀ, ਇਹ ਵੀ ਇੱਕ ਵੱਡਾ ਗੁਣ ਸਮਝਿਆ ਜਾਂਦਾ ਹੈ। ਮੁੱਖ ਗਿਆਨੀ ਧਨਵੰਤ, ਤੇ ਮੁੱਖੋਂ ਗਿਆਨੀ ਗਿਆਨ ਦੀਆਂ ਗੱਲਾਂ ਕਰਨ ਵਾਲੇ ਹੋਣਾ, ਇਹ ਵੀ ਇੱਕ ਵੱਡਾ ਗੁਣ ਹੈ। ਕਿਉਂਕਿ ਸਟੇਜ ਤੇ ਬੋਲਣਾ ਇਹ ਵੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ, ਇਹ ਵੀ ਵਾਹਿਗੁਰੂ ਦੀ ਦਾਤ ਹੁੰਦੀ ਹੈ। ਕਈ ਵਕਤੇ ਐਸੇ ਹੁੰਦੇ ਨੇ ਸਟੇਜ ਤੇ ਜਦੋਂ ਖਲੋਂਦੇ ਨੇ ਔਰ ਉਹ ਲੋਕਾਂ ਨੂੰ ਬੰਨ੍ਹ ਲੈਂਦੇ ਨੇ, ਕੀਲ ਲੈਂਦੇ ਨੇ, ਇਹ ਇੱਕ ਗੁਣ ਹੈ। 5ਵੇਂ ਨੰਬਰ ਤੇ ਸਤਿਗੁਰੂ ਕਹਿੰਦੇ ਨੇ ਮੁੱਖ ਗਿਆਨੀ ਧਨਵੰਤ, ਫਿਰ ਧਨਵਾਨ ਹੋਣਾ, ਧਨਾੜ ਹੋਣਾ, ਕੁਬੇਰਪਤੀ ਬਣਨਾ, ਇਹ ਵੀ ਇੱਕ ਸੰਸਾਰ ਦੇ ਵਿੱਚ ਵੱਡੀ ਪ੍ਰਾਪਤੀ ਸਮਝੀ ਗਈ ਹੈ। ਪਰ ਹਜ਼ੂਰ ਅਗਲੀ ਪੰਕਤੀ ਵਿੱਚ ਫਰਮਾਉਂਦੇ ਨੇ, ਜੇ ਸਾਰੇ ਗੁਣਾਂ ਦੇ ਨਾਲ ਮਨੁੱਖ ਅਲੰਕ੍ਰਿਤ ਵੀ ਹੋ ਜਾਵੇ, ਮਿਰਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਤੇ ਜੇ ਅਕਾਲ ਪੁਰਖ ਵਾਹਿਗੁਰੂ ਦਾ ਅੰਦਰੋਂ ਪਿਆਰ ਨਹੀਂ ਹੈ, ਸਾਡੇ ਅੰਦਰ ਉਸ ਵਾਹਿਗੁਰੂ ਦੀ ਪ੍ਰੀਤ ਨਹੀਂ ਹੈ, ਤੇ ਸਾਡਾ ਜੀਵਨ ਮੁਰਦੇ ਸਮਾਨ ਹੈ, ਇੱਕ ਮੁਰਦੇ ਲਾਸ਼ ਦੇ ਸਮਾਨ ਹੈ।
ਇਸੇ ਲਈ ਭਗਤ ਜੀ ਕਹਿੰਦੇ ਨੇ ਜਿਹੜੇ ਹੋਰ ਗੁਣ ਨੇ ਉਹਨਾਂ ਦਾ ਹੰਕਾਰ ਛੱਡੋ। ਤੁਹਾਡੇ ਅੰਦਰ ਪਾਰਸ ਹੈ, ਪਾਰਸ ਹੈ ਵਾਹਿਗੁਰੂ ਦਾ ਨਾਮ, ਅਥਵਾ ਪਾਰਸ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਅੰਸ਼ ਆਤਮਾ ਸਰੂਪ। ਤੁਸੀਂ ਉਹਦੀ ਸ਼ੋਅ ਪ੍ਰਾਪਤ ਕਰ ਲਓ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਇਹਦੇ ਨਾਲ ਤੁਹਾਡਾ ਜੀਵਨ ਸਫਲ ਹੋ ਸਕਦਾ ਹੈ। ਕਬੀਰ ਨਿਰਗੁਣ ਨਾਮ ਨ ਰੋਸ, ਇਸ ਪਰਚਾਏ ਪਰਚ ਰਹੋ ਏਸ। ਲੋ ਭਗਤ ਕਬੀਰ ਜੀ ਕਹਿਣ ਲੱਗੇ, ਜਿਹੜਾ ਪ੍ਰੇਮੀ ਆਇਆ ਸੀ ਜਿਹਨੇ ਕੁਛ ਸਵਾਲ ਜਵਾਬ ਕੀਤੇ ਸਨ, ਭਗਤ ਕਬੀਰ ਜੀ ਕਹਿਣ ਲੱਗੇ ਤੂੰ ਵੀ ਨਿਰਗੁਣ ਦੀ ਭਗਤੀ ਕਰਿਆ ਕਰ। ਨਿਰਗੁਣ ਦੀ ਭਗਤੀ ਦਾ ਪ੍ਰਕਾਰ ਕੀ ਹੈ ਉਹਦੇ ਬਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਪਸ਼ਟੀਕਰਨ ਦਿੱਤਾ ਹੈ। ਤੇਰਾ ਨਾਮ ਕਰੀ ਚਨਨਾਠੀਆ, ਜੇ ਮਨ ਉਰਸਾ ਹੋਏ। ਕਰਨੀ ਕੁੰਗੂ ਜੇ ਰਲੈ, ਘਟ ਅੰਤਰ ਪੂਜਾ ਹੋਏ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਨਾਮ ਜਪ ਕੇ ਹੀ ਵਾਹਿਗੁਰੂ ਦੀ ਪੂਜਾ ਹੁੰਦੀ ਹੈ। ਇਹ ਨਿਰਗੁਣ ਸਰੂਪ ਦੀ ਪੂਜਾ, ਉਹਦਾ ਨਾਮ ਜਪਣਾ। ਤੇ ਕਈ ਲੋਕ ਐਸੇ ਨੇ ਜਿਹੜੇ ਨਿਰਗੁਣ ਦੇ ਨਾਮ ਤੋਂ ਨਾਰਾਜ਼ ਹੋ ਜਾਂਦੇ ਹਨ। ਉਹ ਕਹਿੰਦੇ ਨੇ ਅਸੀਂ ਤੇ ਸਰਗੁਣਵਾਦੀ ਹਾਂ, ਅਸੀਂ ਤੇ ਸਰਗੁਣ ਦੀ ਉਪਾਸਨਾ ਕਰਨੀ ਹੈ। ਪਰ ਭਗਤ ਕਬੀਰ ਜੀ ਕਹਿੰਦੇ ਨੇ ਚਲੋ ਠੀਕ ਹੈ, ਜੇ ਤੁਹਾਡਾ ਹਾਲੇ ਸਰਗੁਣ ਦੇ ਉੱਤੇ ਮਨ ਟਿਕਿਆ ਹੋਇਆ ਹੈ ਤੇ ਤੁਸੀਂ ਉਹਦੀ ਭਗਤੀ ਕਰ ਲਓ। ਪਰ ਕਬੀਰ ਨਿਰਗੁਣ ਨਾਮ ਨਾ ਰੋਸ, ਨਿਰਗੁਣ ਦੇ ਨਾਮ ਤੋਂ ਗੁੱਸਾ ਨਾ ਕਰੋ। ਜੇ ਕੋਈ ਤੁਹਾਨੂੰ ਨਿਰਗੁਣ ਸਰੂਪ ਵਾਹਿਗੁਰੂ ਦੀ ਗੱਲ ਸੁਣਾਉਂਦਾ ਹੈ, ਉਸ ਤੋਂ ਵੀ ਤੁਹਾਡਾ ਮਨ ਕ੍ਰੋਧਵਾਨ ਨਹੀਂ ਹੋਣਾ ਚਾਹੀਦਾ। ਕਈ ਐਸੇ ਵੀ ਲੋਕ ਨੇ ਜਿਹੜੇ ਸਰਗੁਣ ਤੇ ਨਿਰਗੁਣ ਦੇ ਬਾਰੇ ਲੜਾਈ ਝਗੜੇ ਵੀ ਕਰਦੇ ਰਹਿੰਦੇ ਨੇ, ਪਰ ਭਗਤ ਜੀ ਕਹਿੰਦੇ ਐਸਾ ਨਹੀਂ ਹੋਣਾ ਚਾਹੀਦਾ। ਕਬੀਰ ਨਿਰਗੁਣ ਨਾਮ ਨਾ ਰੋਸ, ਨਿਰਗੁਣ ਦੇ ਨਾਮ ਤੋਂ ਕਦੇ ਵੀ ਗੁੱਸਾ ਨਹੀਂ ਕਰਨਾ ਚਾਹੀਦਾ। ਇਸ ਪਰਚਾਏ ਪਰਚ ਰਹੋ ਏਸ। ਪਹਿਲਾਂ ਇਸ ਸਰਗੁਣ ਸਰੂਪ ਦੇ ਵਿੱਚ ਆਪਣੇ ਮਨ ਨੂੰ ਪਰਚਾ ਲਓ ਤੇ ਪਰਚ ਰਹੋ ਏਸ। ਜਦੋਂ ਸਰਗੁਣ ਸਰੂਪ ਦੇ ਵਿੱਚ ਤੁਹਾਡਾ ਮਨ ਜੁੜ ਗਿਆ ਤੇ ਉਸ ਤੋਂ ਬਾਅਦ ਉਸ ਤੋਂ ਅਗਲੀ ਸਟੇਜ ਹੈ ਨਿਰਗੁਣ ਸਰੂਪ। ਪਰਚ ਰਹੋ ਏਸ, ਫਿਰ ਉਹਦੇ ਵਿੱਚ ਤੁਸੀਂ ਪਰਚ ਜਾਓ। ਪਹਿਲਾਂ ਸਰਗੁਣ ਦੀ ਭਗਤੀ ਕਰੋ ਤੇ ਫਿਰ ਨਿਰਗੁਣ ਦੇ ਵਿੱਚ ਅਭੇਦ ਹੋ ਜਾਓ। ਇਹ ਗੁਰਮਤਿ ਦਾ ਸਿਧਾਂਤ ਹੈ। ਨਿਰਗੁਣ ਆਪ, ਸਰਗੁਣ ਪੀ ਉਹੀ, ਕਲਾ ਧਾਰ ਜਨ ਸਗਲੀ ਮੋਹੀ। ਕਈ ਜਿਹੜੇ ਗੁਰਸਿੱਖ ਪ੍ਰੇਮੀ ਹਨ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਜਾਂ ਜਿਹੜੇ ਹੋਰ 10 ਸਰਗੁਣ ਸਰੂਪ ਧਾਰਨ ਕੀਤੇ ਉਹਨਾਂ ਦਾ ਵੀ ਧਿਆਨ ਕਰਦੇ ਹਨ, ਉਹਨਾਂ ਦਾ ਵੀ ਆਰਾਧਨ ਕਰਦੇ ਨੇ। ਇਹ ਸਰਗੁਣ ਸਰੂਪ ਦੀ ਭਗਤੀ ਹੈ, ਸਰਗੁਣ ਸਰੂਪ ਦੀ ਉਪਾਸਨਾ ਹੈ। ਪਰ ਇਸ ਤੋਂ ਅੱਗੇ ਜਿਹੜਾ ਨਿਰਗੁਣ ਸਰੂਪ ਹੈ ਉਹਦੇ ਵੱਲ ਵੀ ਸਾਨੂੰ ਜਾਣਾ ਚਾਹੀਦਾ ਹੈ। ਭਗਤ ਕਬੀਰ ਜੀ ਕਹਿੰਦੇ ਨੇ ਠੀਕ ਹੈ, ਗੁਰੂ ਦੀ ਵੀ ਪੂਜਾ ਕਰੋ, ਪਰ ਰੱਬ ਦਾ ਵੀ ਨਾਲ ਸਿਮਰਨ ਕਰਨਾ ਚਾਹੀਦਾ ਹੈ। ਕਬੀਰ ਨਿਰਗੁਣ ਨਾਮ ਨਾ ਰੋਸ, ਨਿਰਗੁਣ ਦੇ ਨਾਮ ਤੋਂ ਗੁੱਸਾ ਨਾ ਕਰੋ ਤੇ ਪਹਿਲਾਂ ਇਸ ਸਰਗੁਣ ਦੇ ਵਿੱਚ ਆਪਣੇ ਮਨ ਨੂੰ ਪਰਚਾ ਲਓ ਤੇ ਫਿਰ ਨਿਰਗੁਣ ਸਰੂਪ ਦੇ ਵਿੱਚ ਤੁਸੀਂ ਆਪਣੇ ਮਨ ਨੂੰ ਲੀਨ ਕਰ ਦਿਓ। ਕੌੜੀ ਕਬੀਰ ਜੀ ਜੋ ਜਨ ਪਰਮਿਤ ਪਰ ਮਨ ਜਾਣਾ, ਬਾਤ ਨਹੀਂ ਬੈਕੁੰਠ ਸਮਾਨਾ। ਲੋ ਭਗਤ ਕਬੀਰ ਜੀ ਜਦੋਂ ਕਾਂਸ਼ੀ ਵਿੱਚ ਰਹਿੰਦੇ ਸਨ ਤਾਂ ਕੁਛ ਪੰਡਤ ਲੋਕ ਆ ਕੇ ਬਿਲਾ ਵਜ੍ਹਾ ਭਗਤ ਜੀ ਦੇ ਨਾਲ ਚਰਚਾ ਕਰਨੀ ਸ਼ੁਰੂ ਕਰ ਦਿੰਦੇ। ਭਗਤ ਕਬੀਰ ਜੀ ਆਪਣੀ ਮੌਜ ਵਿੱਚ ਬੈਠੇ ਸਨ। ਕੁਛ ਪੰਡਤਾਂ ਨੇ ਆ ਕੇ ਭਗਤ ਕਬੀਰ ਜੀ ਨਾਲ ਸਵਾਲ ਜਵਾਬ ਸ਼ੁਰੂ ਕਰ ਦਿੱਤੇ। ਕਹਿਣ ਲੱਗੇ ਭਗਤ ਜੀ ਤੁਸੀਂ ਚਾਹੇ ਕਿੰਨੀ ਵੀ ਭਗਤੀ ਕਰ ਲਓ, ਪਰ ਜਿੰਨਾ ਚਿਰ ਤੱਕ ਸ਼ਿਵ ਜੀ ਦੀ ਉਪਾਸਨਾ ਨਹੀਂ ਕਰਦੇ ਤੁਹਾਨੂੰ ਮੁਕਤੀ ਨਹੀਂ ਮਿਲ ਸਕਦੀ, ਤੁਸੀਂ ਬੈਕੁੰਠ ਦੇ ਵਾਸੀ ਨਹੀਂ ਹੋ ਸਕਦੇ। ਕਿਉਂ? ਕਾਂਸ਼ੀਪੁਰੀ ਸ਼ਿਵ ਜੀ ਦੀ ਨਗਰੀ ਹੈ। ਇੱਥੇ ਉਸਨੇ ਇਹ ਵਰਦਾਨ ਦਿੱਤਾ ਹੋਇਆ ਕਾਂਸ਼ੀ ਮਰਨਾਤ ਮੁਕਤੀ, ਜਿਹੜਾ ਕਾਂਸ਼ੀ ਵਿੱਚ ਮਰੇਗਾ ਉਹਨੂੰ ਮੁਕਤੀ ਮਿਲੇਗੀ। ਹੈ ਤੇ ਇਹਨਾਂ ਪੰਡਤਾਂ ਦੇ ਹੀ ਇਹੋ ਜਿਹੇ ਜਿਹੜੇ ਇਹ ਮਸਲੇ ਖੜੇ ਕੀਤੇ ਨੇ, ਗੁਰਮਤਿ ਨੇ ਇਹਨਾਂ ਨੂੰ ਨਹੀਂ ਮੰਨਿਆ। ਤੇ ਭਗਤ ਕਬੀਰ ਜੀ ਦੇ ਪਾਸ ਆ ਕੇ ਵੀ ਉਹਨਾਂ ਪੰਡਤਾਂ ਨੇ ਸਵਾਲ ਕੀਤਾ ਬਈ ਤੁਸੀਂ ਚਾਹੇ ਜਿੰਨੀ ਮਰਜ਼ੀ ਭਗਤੀ ਕਰ ਲਓ, ਜਿੰਨਾ ਮਰਜ਼ੀ ਰੱਬ ਦਾ ਨਾਮ ਜਪ ਲਓ, ਪਰ ਤੁਹਾਨੂੰ
ਮੁਕਤੀ ਨਹੀਂ ਮਿਲ ਸਕਦੀ, ਤੁਸੀਂ ਬੈਕੁੰਠ ਵਿੱਚ ਨਹੀਂ ਜਾ ਸਕਦੇ। ਤਾਂ ਭਗਤ ਕਬੀਰ ਜੀ ਨੇ ਫਿਰ ਉਹਨਾਂ ਤੇ ਉਲਟਾ ਸਵਾਲ ਕੀਤਾ, ਨਾ ਜਾਨਾ ਬੈਕੁੰਠ ਕਹਾਂ ਹੀ, ਜਾਨ ਜਾਨ ਸਭ ਕਹਿ ਹੈ ਤਹਾਂ ਹੀ। ਰਹਾਓ, ਭਗਤ ਕਬੀਰ ਜੀ ਕਹਿੰਦੇ ਨੇ, ਜਿਸ ਬੈਕੁੰਠ ਦੀ ਗੱਲ ਤੁਸੀਂ ਸਾਨੂੰ ਦੱਸ ਰਹੇ ਹੋ, ਤੁਹਾਨੂੰ ਕਿਸੇ ਨੂੰ ਪਤਾ ਹੈ ਉਹ ਬੈਕੁੰਠ ਕਿੱਥੇ ਹੈ? ਵੱਡੇ ਵੱਡੇ ਵਿਦਵਾਨ ਨੇ, ਵੱਡੇ ਵੱਡੇ ਪੰਡਤ ਨੇ, ਉਹਨਾਂ ਦੇ ਅੱਗੇ ਭਗਤ ਕਬੀਰ ਜੀ ਨੇ ਸਵਾਲ ਰੱਖ ਦਿੱਤਾ, ਨਾ ਜਾਨਾ ਬੈਕੁੰਠ ਕਹਾਂ ਹੀ, ਜਾਨ ਜਾਨ ਸਭ ਕਹਿ ਹੈ ਤਹਾਂ ਹੀ। ਤੁਸੀਂ ਇਹ ਗੱਲ ਤਾਂ ਸਾਰੇ ਹੀ ਆਖਦੇ ਹੋ ਵੀ ਅਸੀਂ ਬੈਕੁੰਠ ਵਿੱਚ ਜਾਵਾਂਗੇ, ਅਸੀਂ ਸ਼ਿਵ ਜੀ ਦੇ ਭਗਤ ਹਾਂ, ਅਸੀਂ ਸ਼ਿਵ ਜੀ ਦੀ ਉਪਾਸਕ ਹਾਂ, ਸਾਨੂੰ ਮੁਕਤੀ ਮਿਲੇਗੀ, ਅਸੀਂ ਹੀ ਬੈਕੁੰਠ ਵਿੱਚ ਜਾਵਾਂਗੇ। ਨਾ ਜਾਨਾ ਬੈਕੁੰਠ ਕਹਾਂ ਹੀ, ਪਰ ਇਸ ਗੱਲ ਦਾ ਕਿਸੇ ਨੂੰ ਵੀ ਨਹੀਂ ਪਤਾ ਬੈਕੁੰਠ ਹੈ ਕਿੱਥੇ। ਜਿਹੜਾ ਤੁਹਾਡਾ ਬੈਕੁੰਠ ਹੈ ਉਹ ਕਲਪਨਾ ਦੇ ਆਧਾਰਿਤ ਹੈ, ਇਸ ਲਈ ਅਸੀਂ ਉਸ ਬੈਕੁੰਠ ਦੇ ਵਿੱਚ ਜਾਣਾ ਵੀ ਨਹੀਂ ਚਾਹੁੰਦੇ। ਜਿਸ ਮੁਕਤੀ ਦੀ ਗੱਲ ਤੁਸੀਂ ਕਰਦੇ ਹੋ, ਸਾਨੂੰ ਉਸ ਮੁਕਤੀ ਦੀ ਵੀ ਲੋੜ ਨਹੀਂ। ਜਿਸ ਬੈਕੁੰਠ ਦੀ ਤੁਸੀਂ ਕਲਪਨਾ ਕਰਦੇ ਹੋ, ਕਿਸੇ ਨੇ ਹੁਣ ਤੱਕ ਉਸ ਨੂੰ ਵੇਖਿਆ ਨਹੀਂ, ਉਸ ਬੈਕੁੰਠ ਦੀ ਵੀ ਸਾਡੇ ਮਨ ਦੇ ਵਿੱਚ ਕੋਈ ਇੱਛਾ ਨਹੀਂ ਹੈ। ਲੋ ਭਗਤ ਕਬੀਰ ਜੀ ਨੇ ਜੋ ਕੁਝ ਉਹਨਾਂ ਦੇ ਨਾਲ ਹੋਰ ਵਿਚਾਰਾਂ ਕੀਤੀਆਂ, ਉਹ ਸ਼ਬਦ ਵਿੱਚ ਅੰਕਿਤ ਹਨ। ਜੋ ਜਨ ਪਰ ਮਿਤ ਪਰ ਮਨ ਜਾਨਾ, ਬਾਤਨ ਹੀ ਬੈਕੁੰਠ ਸਮਾਨਾ। ਭਗਤ ਕਬੀਰ ਜੀ ਕਹਿੰਦੇ ਨੇ, ਜੋ ਜਨ, ਵੀ ਜਿਹੜੇ ਦੁਨੀਆ ਦੇ ਪੁਰਸ਼ ਨੇ ਉਹ ਇਹ ਗੱਲ ਕਹਿੰਦੇ ਨੇ, ਜੋ ਪੁਰਸ਼ ਇਹ ਗੱਲ ਆਖਦੇ ਨੇ, ਪਰ ਮਿਤ, ਮਿਤ ਮਿਣਤੀ ਤੋਂ ਪਰੇ, ਤੇ ਪਰ ਮਨ, ਮਨ ਤੋਂ ਪਰੇ ਜੋ ਬੈਕੁੰਠ ਹੈ ਅਸੀਂ ਉਸ ਨੂੰ ਜਾਣ ਲਿਆ ਹੈ। ਜਿਹੜੇ ਇਹ ਕਹਿੰਦੇ ਨੇ, ਜੋ ਸੰਸਾਰ ਦੀ ਮਿਤ ਮਰਜ਼ਾਦਾ ਤੋਂ ਪਰੇ ਤੇ ਮਨ ਤੋਂ ਪਰੇ ਅਕਾਲ ਪੁਰਖ ਵਾਹਿਗੁਰੂ ਹੈ, ਅਸਾਂ ਉਹਨੂੰ ਜਾਣ ਲਿਆ ਹੈ, ਝੂਠ ਬੋਲਦੇ ਨੇ। ਬਾਤਨ ਹੀ ਬੈਕੁੰਠ ਸਮਾਨਾ, ਤੇ ਫਿਰ ਉਹ ਗੱਲਾਂ ਦੇ ਨਾਲ ਹੀ ਬੈਕੁੰਠ ਦੇ ਵਿੱਚ ਜਾ ਕੇ ਵਸਣਾ ਚਾਹੁੰਦੇ। ਭਾਵ ਗੱਲੀ ਗੱਲੀ ਉਹ ਕਹਿੰਦੇ ਨੇ ਅਸੀਂ ਰੱਬ ਨੂੰ ਪ੍ਰਾਪਤ ਕਰ ਲਿਆ ਹੈ, ਤੇ ਗੱਲੀ ਗੱਲੀ ਉਹ ਅੱਗੇ ਬੈਕੁੰਠ ਦੇ ਵਿੱਚ ਜਾ ਕੇ ਰਹਿਣਾ ਚਾਹੁੰਦੇ ਹਨ। ਪਰ ਗੱਲਾਂ ਦੇ ਨਾਲ ਤੇ ਨਾ ਤੇ ਰੱਬ ਮਿਲਿਆ ਕਿਸੇ ਨੂੰ, ਤੇ ਨਾ ਹੀ ਕਿਸੇ ਨੂੰ ਬੈਕੁੰਠ ਦੀ ਪ੍ਰਾਪਤੀ ਹੋ ਸਕਦੀ ਹੈ। ਨਾ ਜਾਨਾ ਬੈਕੁੰਠ ਕਹਾਂ ਹੀ, ਜਾਨ ਜਾਨ ਸਭ ਕਹਿ ਤਹਾਂ ਹੀ। ਲੋ ਭਗਤ ਜੀ ਕਹਿੰਦੇ ਨੇ, ਇਹ ਗੱਲ ਤਾਂ ਤੁਸੀਂ ਸਾਰੇ ਆਖਦੇ ਹੋ ਕਿ ਅਸੀਂ ਬੈਕੁੰਠ ਵਿੱਚ ਜਾਵਾਂਗੇ, ਅਸੀਂ ਸ਼ਿਵ ਜੀ ਦੇ ਭਗਤ ਹਾਂ, ਅਸੀਂ ਸ਼ਿਵ ਜੀ ਦੇ ਉਪਾਸਕ ਹਾਂ, ਅਸੀਂ ਹੀ ਬੈਕੁੰਠ ਵਿੱਚ ਜਾਵਾਂਗੇ। ਨਾ ਜਾਨਾ ਬੈਕੁੰਠ ਕਹਾਂ ਹੀ, ਪਰ ਤੁਹਾਨੂੰ ਇਸ ਗੱਲ ਦਾ ਕਿਸੇ ਨੂੰ ਵੀ ਨਹੀਂ ਗਿਆਨ ਕਿ ਉਹ ਬੈਕੁੰਠ ਹੈ ਕਿੱਥੇ। ਤੁਸੀਂ ਤਾਂ ਕੇਵਲ ਕਲਪਨਾ ਹੀ ਕਰਦੇ ਹੋ, ਜਾਂ ਜਿਹੜੇ ਤੁਹਾਡੇ ਹੋਰ ਬਜ਼ੁਰਗਾਂ ਨੇ, ਰਿਸ਼ੀਆਂ ਮੁਨੀਆਂ ਨੇ ਕੁਝ ਗ੍ਰੰਥਾਂ ਵਿੱਚ ਗੱਲਾਂ ਲਿਖੀਆਂ ਨੇ, ਉਹਨਾਂ ਤੇ ਯਕੀਨ ਕਰਦੇ ਹੋ। ਪਰ ਵਾਸਤਵ ਦੇ ਵਿੱਚ ਤਾਂ ਤੁਹਾਨੂੰ ਕਿਸੇ ਨੂੰ ਵੀ ਪਤਾ ਨਹੀਂ ਕਿ ਬੈਕੁੰਠ ਹੈ ਕਿੱਥੇ। ਕਹਿਨ ਕਹਾਵਣ ਨਹਿ ਪਤਿਆਈ ਹੈ, ਤਉ ਮਨ ਮਾਨੇ ਜਾਤੇ ਹੋਮੈ ਜਈ ਹੈ। ਰਹਾਉ, ਵਿਸਰਾਮ ਦੇ ਕੇ ਭਗਤ ਕਬੀਰ ਜੀ ਅੱਗੇ ਫਰਮਾਉਂਦੇ ਹਨ, ਜਦੋਂ ਨਹੀਂ ਪੜ੍ਹਿਆ ਜਾਂਦਾ ਦੁਬਾਰਾ ਪੜ੍ਹ ਦਈਦਾ, ਅੱਖਰ ਛੱਡੀ ਦੇ ਨਹੀਂ। ਰਹਾਉ, ਕਹਿਨ ਕਹਾਵਣ ਨਹਿ ਪਤਿਆਈ ਹੈ, ਤਉ ਮਨ ਮਾਨੈ ਜਾਤੇ ਹੋਮੈ ਜਈ ਹੈ। ਭਗਤ ਕਬੀਰ ਜੀ ਫਰਮਾਉਂਦੇ ਨੇ, ਕਹਿਣ ਕਹਾਉਣ ਦੇ ਨਾਲ ਸਾਡਾ ਮਨ ਨਹੀਂ ਪਤੀਜ ਸਕਦਾ। ਤਉ ਮਨ ਮਾਨੈ, ਤਾਂ ਅਸਲੀ ਮਨ ਮੰਨ ਸਕਦਾ ਹੈ, ਜਾਂ ਤੇ ਹਉਮੈ ਜਈ ਹੈ। ਵੀ ਜਿਸ ਮਨੁੱਖ ਦੇ ਮਨ ਤੋਂ ਹਉਮੈ ਚਲੀ ਜਾਵੇ ਤੇ ਫਿਰ ਉਸ ਦਾ ਮਨ ਉਸ ਵਾਹਿਗੁਰੂ ਪਰਮੇਸ਼ਰ ਤੇ ਪਤੀਜ ਸਕਦਾ ਹੈ। ਜਿੰਨਾ ਚਿਰ ਤੱਕ ਹਉਮੈ ਨਹੀਂ ਜਾਂਦੀ, ਉਨਾ ਚਿਰ ਤੱਕ ਵਾਹਿਗੁਰੂ ਤੇ ਮਨ ਨਹੀਂ ਪਤੀਜਦਾ, ਤੇ ਜਿੰਨਾ ਚਿਰ ਤੱਕ ਵਾਹਿਗੁਰੂ ਤੇ ਮਨ ਨਹੀਂ ਪਤੀਜਦਾ, ਉਨਾ ਚਿਰ ਤੱਕ ਉਹਦੇ ਬੈਕੁੰਠ ਦੇ ਵਿੱਚ ਨਹੀਂ ਵਾਸਾ ਹੋ ਸਕਦਾ। ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਲੋ ਭਗਤ ਜੀ ਫਰਮਾਉਂਦੇ ਨੇ, ਇਹ ਪੰਡਤ ਲੋਗੋ, ਲੋ ਅਸੀਂ ਤੇ ਇਹ ਤੱਤ ਕੱਢਿਆ ਹੈ, ਜਿੰਨਾ ਚਿਰ ਤੱਕ ਮਨੁੱਖ ਆਪਣੇ ਮਨ ਦੇ ਵਿੱਚ ਕਲਪਤ ਬੈਕੁੰਠ ਦੀ ਆਸ ਕਰਦਾ ਹੈ, ਤਬ ਲਗ ਹੋਏ ਨਹੀਂ ਚਰਨ ਨਿਵਾਸ, ਉਨਾ ਚਿਰ ਤੱਕ ਉਹਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਨਿਵਾਸ ਵੀ ਨਹੀਂ ਹੋ ਸਕਦਾ। ਕਲਪਤ ਬੈਕੁੰਠ ਦੀ ਇੱਛਾ ਰੱਖਣ ਵਾਲਾ ਰੱਬ ਤੱਕ ਨਹੀਂ ਜਾ ਸਕਦਾ। ਬੈਕੁੰਠ ਦੀਆਂ 4 ਮੁਕਤੀਆਂ ਮੰਨੀਆਂ ਹੋਈਆਂ ਨੇ।
ਜਿਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ। ਸਾਲੋਕ, ਸਾਮੀਪ, ਸਾਰੂਪ, ਸਾਯੁਜ, ਇਹ ਉਹਨਾਂ ਦੇ ਨਾਮ ਨੇ। ਸ਼ਲੋਕ ਦਾ ਮਤਲਬ ਹੈ ਵੀ ਉਸ ਲੋਕ ਦੇ ਵਿੱਚ ਪਹੁੰਚ ਜਾਣਾ ਜਿੱਥੇ ਇਸ਼ਟ ਵਸ ਰਿਹਾ ਹੈ। ਸ਼ਲੋਕ ਸਮੀਪ ਦਾ ਅਰਥ ਹੈ ਉਹਦੇ ਨੇੜੇ ਚਲੇ ਜਾਣਾ, ਜਿੱਥੇ ਉਹਦਾ ਇਸ਼ਟ ਵਸ ਰਿਹਾ ਉਹਦੇ ਨੇੜੇ ਹੋ ਕੇ ਰਹਿਣਾ, ਇਹ ਦੂਸਰੀ ਮੁਕਤੀ ਹੈ। ਸ਼ਲੋਕ ਸਮੀਪ ਸਾਰੂਪ, ਤੀਸਰੀ ਮੁਕਤੀ ਹੈ ਵੀ ਜਿਹੋ ਜਿਹਾ ਆਪਣੇ ਇਸ਼ਟ ਦਾ ਰੂਪ ਹੈ ਉਹ ਜਿਹਾ ਰੂਪ ਵੀ ਪ੍ਰਾਪਤ ਹੋ ਜਾਣਾ, ਸਰੂਪ ਮੁਕਤੀ ਹੈ। ਸਾਯੁਜ, ਤੇ ਫਿਰ ਉਹਦੇ ਨਾਲ ਜੁੜ ਜਾਣਾ, ਉਹਦੇ ਨਾਲ ਹਮੇਸ਼ਾ ਲਈ ਬਗਲਗੀਰ ਹੋਣਾ, ਇਹ ਬੈਕੁੰਠ ਦੀ ਚੌਥੀ ਮੁਕਤੀ ਹੈ। ਪਰ ਜਿਹੜੀ ਅਸਲੀ ਮੁਕਤੀ ਹੈ ਗੁਰਮਤਿ ਵਿੱਚ ਮੰਨੀ ਹੋਈ ਉਹ ਇਹ ਹੈ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤਿਗੁਰ ਬਾਣ, ਇਹ ਅਸਲੀ ਗੁਰਮਤਿ ਦੀ ਮੁਕਤੀ ਹੈ। ਪਰ ਭਗਤ ਜੀ ਕਹਿੰਦੇ ਨੇ ਜਿੰਨਾ ਚਿਰ ਤੱਕ ਕਲਪਤ ਬੈਕੁੰਠ ਦੀ ਆਸ ਮਨ ਦੇ ਵਿੱਚ ਮਨੁੱਖ ਲਈ ਬੈਠਾ ਹੈ ਉਨਾ ਚਿਰ ਤੱਕ ਵਾਹਿਗੁਰੂ ਦੇ ਚਰਨਾਂ ਵਿੱਚ ਨਿਵਾਸ ਹੋ ਹੀ ਨਹੀਂ ਸਕਦਾ। ਇਸੇ ਲਈ ਹਜ਼ੂਰ ਨੇ ਬਾਣੀ ਦੇ ਵਿੱਚ ਬਹੁਤ ਉੱਚੀ ਅਵਸਥਾ ਦਾ ਬਿਆਨ ਕੀਤਾ ਹੈ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਜਿਨ੍ਹਾਂ ਦਾ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਹੋ ਜਾਂਦਾ ਹੈ ਉਹਨਾਂ ਨੂੰ ਨਾ ਤੇ ਦੁਨੀਆ ਦੇ ਰਾਜ ਭਾਗ ਦੀ ਕੋਈ ਇੱਛਾ ਰਹਿੰਦੀ ਹੈ, ਉਹ ਵੀ ਉਹਨਾਂ ਲਈ ਤੁੱਛ ਹੁੰਦਾ ਹੈ, ਤੇ ਨਾ ਹੀ ਕਦੀ ਉਹ ਮੁਕਤੀ ਦੀ ਇੱਛਾ ਰੱਖਦੇ ਨੇ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਕਿਉਂਕਿ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਮੌਜ ਬਹੁਤ ਉੱਚੀ ਅਵਸਥਾ ਹੈ, ਬੜੀ ਆਨੰਦੀ ਅਵਸਥਾ ਹੈ। ਭਗਤ ਕਬੀਰ ਜੀ ਨੂੰ ਪੁੱਛਿਆ, ਮਹਾਰਾਜ ਉਹਦੇ ਬਾਰੇ ਕੁਝ ਦੱਸ ਸਕਦੇ ਹੋ? ਤਾਂ ਭਗਤ ਕਬੀਰ ਜੀ ਕਹਿੰਦੇ ਬਹੁਤ ਔਖਾ ਹੈ। कबीर चरण कमल की मौज को कहो कैसे उन्मान, कहबे को शोभा नहीं देखा ही प्रवान। जिहड़ी चरणा कमलों की मौज इतनी महान है, दुनिया विच इहो जे शब्द नहीं, इहो जी कोई उदाहरण नहीं जिस दे नाल उहदे बारे कुछ दस्सिया जावे। हाँ, जिसनूं वो मौज प्राप्त हुंदी है उही उसनूं अनुभव कर सकदा है। इसे लिए भगत कबीर जी कहते ने, जिन्ना चिर तक मनुख कलपत बैकुंठ की आस मन दे विच पैदा करता है उन्ना चिर तक असली जिहड़ी मुक्ति है वाहिगुरू दे चरना कमलों दे विच निवास होना उस तो वांझा रह जाता है। कहो कबीर यह कहिए काहे, साध संगत बैकुंठ आहे। लो भगत कबीर जी अखीर दे उते स्पष्ट करते हैं भी ये गल असी किसनूं आखीए, ये गल किसनूं समझाइए, असली बैकुंठ है की। भगत कबीर जी कहते ने, साध संगत बैकुंठ आहे। असली बैकुंठ ते साध संगत है, भाव महापुरखों की संगत। बैकुंठ नगर जहां संत वासा, प्रभ चरण कमल मन माहे निवासा। जिथे वाहिगुरू दे प्यारे वसदे ने उही असली बैकुंठ नगर हुंदा है। बल्कि सतगुरु महाराज ने तां इत्थों तक भी लिखिया है, एक पलक सुख साध समागम कोट बैकुंठ है पाए। साध संगत विच जे कोई मनुख एक मन एक चित होके अपनी सुरत नूं शब्द नाल जोड़ लैंदा है, उहनूं इन्ना आनंद वाहिगुरू दे चरना कमलों की मौज प्राप्त हो जाती है ते मानो करोड़ां ही बैकुंठां दा सुख उहनूं मिल जाता है। ये गुरमत दा सिद्धांत है। भाई साहब भाई गुरदास जी ने भी इहदे उत्ते मोहर लाई है। साध संगत अस्थान जगमग नूर है, लख लख ससियर पान किरण ठरूर है। लख लख वेद पुराण कीर्तन चूर है। ते साध संगत ये असली बैकुंठ है। साध संग सचखंड विच सतगुर पुरख वसै निरंकारा। जिवें सचखंड दे विच निरंकार वसदा है, सचखंड वसै निरंकार। ये जिहड़ा साध संगत रूपी सचखंड है, इहदे विच साहिब सतगुरु धन गुरु नानक देव महाराज सच्चे पातशाह, धन गुरु गोबिंद सिंह साहब महाराज सच्चे पातशाह,
ਦਸੋ ਪਾਤਸ਼ਾਹੀਆਂ ਦੀ ਪਵਿੱਤਰ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬ ਰੂਪ ਵਸਦੇ ਨੇ। ਇਸ ਲਈ ਸਾਡੇ ਲਈ ਇਹੀ ਸਾਧ ਸੰਗਤ ਹੀ ਬੈਕੁੰਠ ਹੈ।